औज़ुबिल्लाहिमिनश्शैतानिर्रजीम बिस्मिल्लाहिर्रहमानिर्रहीम अल्लाह जल्ल शानहू दे नाम दे नाल अल्हम्दुलिल्लाहि रब्बिल आलमीन वल आक़िबातुल मुत्तकीन अस्सलातु वस्सलामु अला रसूलिल करीम। दोस्तों अस्सलाम वालेकुम। डॉक्टर नसीर कालों हाज़िर CNP न्यूज़ ਤੋਂ। ਦੋਸਤੋ ਤੁਸੀਂ ਦੇਖਿਆ ਹੋਣਾ ਕਿ ਜਦੋਂ ਲੜਾਈ ਹੁੰਦੀ ਹੈ ਨਾ, ਦੋ ਅਗਰ ਬਰਾਬਰ ਦੇ ਲੋਕ ਹੋਣ ਨਾ, ਜਿਸ ਵੇਲੇ ਉਹਨਾਂ ਦਾ ਚੰਗੀ ਤਰ੍ਹਾਂ ਦਿਮਾਗ ਠੀਕ ਹੋ ਜਾਂਦਾ, ਫਿਰ ਉਹ ਕੋਸ਼ਿਸ਼ ਕਰਦੇ ਨੇ ਕਿ ਸਾਨੂੰ ਕੋਈ ਬੰਦਾ ਆ ਕੇ ਛੁਡਾ ਦੇ। ਲੇਕਿਨ ਅਗਰ ਇੱਕ ਮਾੜਾ ਹੋਵੇ ਤੇ ਇੱਕ ਤਗੜਾ ਹੋਵੇ ਤੇ ਮਾੜਾ ਵਿਚਾਰਾ ਮਾਰ ਖਾਈ ਜਾਏਗਾ ਔਰ ਤਗੜਾ ਉਹਨੂੰ ਮਾਰੀ ਜਾਏਗਾ, ਔਰ ਉਹਦੀ ਕੋਸ਼ਿਸ਼ ਇਹ ਹੋਏਗੀ ਕਿ ਇਹਨੂੰ ਜੰਗ ਨੂੰ ਜਾਂ ਲੜਾਈ ਨੂੰ ਜਾਂ ਮਾਰ ਕੁਟਾਈ ਨੂੰ ਬੰਦ ਨਾ ਕਰੇ ਜਿੰਨਾ ਚਿਰ ਤੱਕ ਉਹ ਉਹਦੇ ਘੁਟਨਿਆਂ ਤੇ ਨਾ ਆ ਜਾਏ। ਮਾੜਾ ਬੰਦਾ ਜਿਹੜਾ ਜਾਂ ਮਾੜਾ ਮੁਲਕ, ਮਾੜਾ ਕੋਈ ਕਬੀਲਾ ਲਾ ਲਓ। ਲੇਕਿਨ ਜਦੋਂ ਬਰਾਬਰ ਦੀ ਸਤਹ ਹੁੰਦੀ ਹੈ ਨਾ, ਉਦੋਂ ਬਹੁਤ ਬੜੀ ਮੁਸ਼ਕਲ ਹੁੰਦੀ ਹੈ ਦੋਨਾਂ ਵਾਸਤੇ। ਹੁਣ ਅਮਰੀਕਾ ਬਹਾਦਰ ਆ ਗਿਆ ਸੀ, ਉਹਨੇ ਸਮਝਿਆ ਇਰਾਨ ਮਾੜਾ ਜਿਹਾ ਤੇ ਹੈ ਵਾ, ਕਿਸੇ ਕੰਮ ਦਾ ਨਹੀਂ ਹੈ। 40-45 ਸਾਲ ਤੋਂ ਇਹ ਮਾਰਿਆ ਹੋਇਆ ਵਿਚਾਰਾ ਆਪਣੇ ਪਾਬੰਦੀਆਂ ਦਾ, ਐਕਸਪੋਰਟ ਕੋਈ ਨਹੀਂ, ਇੰਪੋਰਟ ਕੋਈ ਨਹੀਂ, ਔਰ ਉਸ ਤੋਂ ਇਲਾਵਾ ਇਹਨਾਂ ਨੇ ਕੀ ਕਰ ਲਿਆ ਹੋਣਾ। ਇਹਨਾਂ ਨੂੰ ਅਸੀਂ 4 ਦਿਨ ਬੰਬਾਰੀ ਕਰਨੀ ਆ, ਇਹਨਾਂ ਮੁੜ ਕੇ ਘੁੱਟਣੇ ਤੇ ਆਏ ਨਾ, ਇਹਨਾਂ ਤਰਲੇ ਲੈਣੇ ਆ, ਇਹਨਾਂ ਨੇ ਜਨਾਬ ਸਾਡੀਆਂ ਮਿੰਨਤਾਂ ਕਰਨੀਆਂ, ਔਰ ਅਸੀਂ ਆਪਣੀ ਸ਼ਰਤਾਂ ਤੇ ਵੀ ਇਹ ਵੀ ਕਰ ਦਿਓ, ਇਹ ਵੀ ਕਰ ਦਿਓ, ਇਹ ਵੀ ਕਰ ਦਿਓ, ਇਹ ਵੀ ਕਰ ਦਿਓ, ਤੇ ਉਹਨਾਂ ਨੂੰ ਅਸੀਂ ਰਜੀਮ ਚੇਂਜ ਕਰਵਾ ਲੈਣਾ। ਲੇਕਿਨ ਬਹੁਤ ਬੜੀ ਗਲਤਫਹਿਮੀ ਉਹਨਾਂ ਨੂੰ ਇੱਥੇ ਹੋਈ ਕਿ ਈਰਾਨ 'ਚ ਕੋਈ ਜਨਰਲ ਬਾਜਵਾ ਨਹੀਂ ਸੀਗਾ ਜਿਹੜਾ ਫੌਰਨ ਉਹਦੇ ਜਿਹੜਾ ਹੈ ਸੀਗਾ ਰਜੀਮ ਚੇਂਜ ਕਰਵਾ ਦਿੰਦਾ। ईरानी बड़ी बहादुर, बड़ी दलेर और बड़ी बहुत पुरानी एक सकाफत भी आ, बड़ी पुरानी एक उन्हां दी हिस्टरी भी आ। इस वास्ते उन्हां लोगों ने अपने तौर ते इन तंग हालात भी अपने आप नूं इन्ना स्टैबलिश कर लिया, इन्ना स्ट्रांग कर लिया, इन्ना इस काबल कर लिया कि मुकाबला कर सकते सी। जिस वेले फिर उन्होंने मिसाइल चढ़ना शुरू करते ने, उन्होंने ड्रोन शुरू कीते ने चलाने, दिमाग इन्हां दा खुल गया ਵੀ ਇਹ ਸਾਡੇ ਨਾਲ ਕੀ ਹੋਣ ਡਿਆ। ਇਸਰਾਈਲ ਤੇ ਰਿਪੋਰਟਾਂ ਕਰਨ ਡਿਆ ਸੀ ਕਿ ਬਸ ਇੱਕ ਦਿਨ ਦੀ ਮਾਰ ਨੇ ਸਾਰੇ, ਲੇਕਿਨ ਇਹ ਤੇ ਗੱਲ ਹੀ ਨਹੀਂ ਬਣਦੀ। 35-40 ਦਿਨ ਤੱਕ ਲੜਾਈ ਚੱਲਦੀ ਰਹੀ ਆ। ਹੋਇਆ ਕਿ ਅਮਰੀਕਾ ਬਹਾਦਰ ਨੂੰ ਆਪਣੇ ਬਾਰੀ ਬੇੜੇ ਦੂਰ ਲੈ ਕੇ ਜਾਣੇ ਪਏ ਵੀ ਇਹ ਵੀ ਨਾ ਤਬਾਹ ਹੋ ਜਾਣਾ। ਜਹਾਜ਼ ਬੜੇ ਬੜੇ ਵੱਡੇ ਜਿਨ੍ਹਾਂ ਨਾਲ ਕੋਈ ਅੱਖ ਪੁੱਟ ਕੇ ਨਹੀਂ ਸੀ ਵੇਖਦਾ, ਈਰਾਨ ਨੇ ਉਹ ਤਬਾਹ ਕਰ ਛੱਡੇ। ਈਰਾਨ ਨੇ ਇਹ ਜਿਹੜੇ ਸਾਊਦੀ ਅਰਬ ਤੇ ਨਾਲ ਨਾਲ ਖਲੀਜੀ ਰਿਆਸਤਾਂ ਦੇ ਅੰਦਰ ਜਿੱਥੇ ਜਿੱਥੇ ਇਹਨਾਂ ਦੇ ਅੱਡੇ ਬਣੇ ਸੀ ਅਮਰੀਕਾ ਦੇ, ਉਹਨੇ ਉਹ ਅੱਡਿਆਂ ਦੀ ਤਬਾਹੀ ਲਾਤੀ। ਅਗਰਚੇ ਖਲੀਜੀ ਮੁਮਾਲਕ ਤੇ ਇਤਜਾਜ ਕਰਦੇ ਸਨ ਕਿ ਦੇਖੋ ਜੀ ਸਾਡੀ ਸਰਜ਼ਮੀਨ ਤੇ, ਲੇਕਿਨ ਗੱਲ ਬੜੀ ਸਾਦਾ ਜਿਹੀ ਆ, ਤੁਹਾਡੀ ਸਰਜ਼ਮੀਨ ਤੇ ਤੁਸੀਂ ਕਿਉਂ ਇਜਾਜ਼ਤ ਦਿੱਤੀ ਆ ਕਿ ਗੈਰ ਮੁਲਕੀ ਅੱਡੇ ਬਣਾਉਣ ਔਰ ਅੱਡੇ ਬਣਾ ਕੇ ਉੱਥੇ ਜਨਾਬ ਆਣ ਕੇ ਬੰਬਾਰੀ ਕਰਨ ਈਰਾਨ ਦੇ ਉੱਤੇ। ਇਸ ਹੱਦ ਤੱਕ ਉਹਨਾਂ ਦਾ ਵੀ ਮੌਕਫ ਈਰਾਨ ਦਾ ਵੀ ਠੀਕ ਆ। ਔਰ ਜਦੋਂ ਅੱਡਾ ਜਿੱਥੇ ਇਹਨਾਂ ਬਣਾਇਆ ਹੁੰਦਾ ਜਾਂ ਸਫਾਰਤਖਾਨਾ ਜਿੱਥੇ ਹੁੰਦਾ, ਉਸ ਮੁਲਕ ਦੀ ਮਲਕੀਅਤ ਸਮਝੇ ਜਿਹਦਾ ਉਹ ਸਫਾਰਤਖਾਨਾ ਵੀ ਹੈ, ਜਿਹਦਾ ਅੱਡਾ ਵੇ। ਇਸ ਵਾਸਤੇ ਇਤਰਾਜ਼ ਵੈਲਿਡ ਨਹੀਂ ਸੀ ਜਿੰਨਾ ਉਹ ਕਲੇਮ ਕਰਦੇ ਸੀ। ਅਗਰ ਉਹ ਇਸ ਕਾਬਲ ਸਨ ਕਿ ਆਪਣਾ ਦਿਫਾ ਕਰਦੇ ਤੇ ਅਮਰੀਕਾ ਨੂੰ ਨਾ ਮੁਦਾਖਲਤ ਦਾ ਟਾਈਮ ਮਿਲਦਾ ਔਰ ਨਾ ਅਮਰੀਕਾ ਇਹਨਾਂ ਕੋਲ ਪੈਸੇ ਲੈਂਦਾ, ਨਾ ਇੱਥੇ ਆਣ ਕੇ ਅੱਡਾ ਬਣਾ ਕੇ ਇਹਨਾਂ ਦੇ ਬਲੈਕਮੇਲ ਕਰਦਾ। ਹੁਣ ਅੱਲਾ ਦਾ ਸ਼ੁਕਰ ਹੈ ਕਿ ਸਾਡੇ ਫੀਲਡ ਮਾਰਸ਼ਲ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ ਵਾ। ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਹੈ, ਬੜੀ ਤਗਦੋ ਕੀਤੀ ਆ, ਔਰ ਸਭ ਤੋਂ ਵੱਧ ਕੇ ਮਿੰਤਰਲਾ ਕੀਤਾ ਵਾ। ਕਿਉਂ? ਮੈਂ ਅਕਸਰ ਜਦੋਂ ਮੇਰੇ ਕੋਲ ਲੜਕੇ ਲੋਕ ਆਉਂਦੇ ਹੁੰਦੇ ਸੀ, ਮੈਂ ਹੀ ਮਿੰਤਰਲਾ ਕਰਕੇ ਦੋਨਾਂ ਦੀ ਫਰੀਕਾਂ ਦੀ ਸੁਲ੍ਹਾ ਕਰਾਉਣਾ ਹੁੰਦਾ ਸਾਂ। ਉਹਦੀ ਵਜ੍ਹਾ ਇੱਕ ਆ ਕਿ ਉਹ ਜਿਨ੍ਹਾਂ ਦਾ ਖੂਨ ਨਿਕਲ ਰਿਹਾ ਹੁੰਦਾ ਨਾ, ਉਹ ਬੜੇ ਜਜ਼ਬਾਤੀ ਹੁੰਦੇ ਨੇ, ਬੜੇ ਗਰਮ ਮਜ਼ਾਜ ਹੁੰਦੇ ਨੇ, ਉਹਨਾਂ ਦੇ ਸਿਰ ਤੇ ਖੂਨ ਸਵਾਰ ਹੋਇਆ ਹੁੰਦਾ ਵੇ, ਤੇ ਉਹਨਾਂ ਨੂੰ ਸਮਝਾਉਣਾ, ਉਹਨਾਂ ਨੂੰ ਤਰੀਕੇ ਨਾਲ ਗੱਲ ਕਰਨੀ, ਉਹਨਾਂ ਦੇ ਮਤਲਬ ਇੱਕ ਲਾਈਨ ਦੇ ਉੱਪਰ ਲਿਆਉਣਾ ਬੜਾ ਮੁਸ਼ਕਲ ਜਿਹਾ ਕੰਮ ਹੁੰਦਾ। ਬਹਰਹਾਲ ਇਹ ਟਾਸਕ ਕਿਸੇ ਹੱਦ ਤੱਕ ਇਹਨਾਂ ਪੂਰਾ ਕੀਤਾ ਔਰ ਬਹੁਤ ਅੱਛੇ ਅੰਦਾਜ਼ 'ਚ ਪੂਰਾ ਕੀਤਾ, ਕਿਉਂਕਿ ਸਭ ਤੋਂ ਪਹਿਲੇ ਅਮਰੀਕਾ ਤੇ ਵਿਲ ਸੀ, ਵਿਲਿੰਗ ਸੀ, ਲੇਕਿਨ ਈਰਾਨ ਨਹੀਂ ਸੀ ਮੰਨਦਾ ਪਿਆ। ਹੁਣ ਈਰਾਨ ਨੂੰ ਸਾਡੇ ਫੀਲਡ ਮਾਰਸ਼ਲ ਸਾਹਿਬ ਨੇ ਜਾ ਕੇ ਪਤਾ ਨਹੀਂ ਕੀ ਗੱਲਾਂ ਸੁਣਾ ਕੇ, ਕੀ ਕਹਾਣੀਆਂ ਸੁਣਾ ਕੇ ਉਹਨਾਂ ਨੂੰ ਜਨਾਬ ਗਪ ਕਰ ਲਿਆ। ਆਖਰ ਉਹਨਾਂ ਨੇ ਵੀ ਇਸ ਇਤਫਾਕ ਕਰ ਲਿਆ ਕਿ ਜੰਗਬੰਦੀ ਹੋਣੀ ਚਾਹੀਦੀ ਆ, ਔਰ ਜੰਗਬੰਦੀ ਹੋ ਗਈ ਆ। ਉਹਨਾਂ ਦੀਆਂ 2 ਸ਼ਰਤਾਂ ਸਨ ਪ੍ਰਾਇਰਲੀ ਕਿ ਇੱਕ ਉਹਨਾਂ ਦੇ ਜਿਹੜੇ ਪਾਬੰਦੀਆਂ ਲੱਗੀਆਂ ਉਹ ਖਤਮ ਕਰੋ, ਦੂਸਰਾ ਲੁਬਨਾਨ ਦੀ ਜੰਗ ਬੰਦ ਕਰੋ। ਲੁਬਨਾਨ ਦੀ ਜੰਗ ਉਹ ਕਹਿੰਦੇ ਸੀ ਇਸਰਾਈਲ ਦੀ ਮਰਜ਼ੀ ਅਸੀਂ ਨਹੀਂ ਕਰਵਾ ਸਕਦੇ, ਲੇਕਿਨ ਹੁਣ ਜਿਸ ਵੇਲੇ ਜਨਾਬ ਧੌਣ ਨੂੰ ਕੁੱਟ ਪਿਆ ਵਾ, ਧੌਣ ਨੂੰ ਗ੍ਰਿਪ ਲੱਗੀ ਆ, ਉਧਰੋਂ ਜ਼ਲੀਲੋ ਖਾਰ ਹੋਣ ਡਿਆ ਅਮਰੀਕਾ ਦੇ ਅੰਦਰ, ਉਧਰੋਂ ਦੁਨੀਆ ਦੇ ਅੰਦਰ ਜ਼ਲੀਲੋ ਖਾਰ ਹੋ ਰਹੇ ਨੇ ਟਰੰਪ ਸਾਹਿਬ,
ਤੇ ਇਹ ਨਤਨਯਾਹੂ ਸਾਹਿਬ ਇਸਰਾਈਲ ਦੇ ਅੰਦਰ ਜ਼ਲੀਲੋ ਖਾਰ ਹੋ ਰਹੇ ਨੇ, ਸਾਰੀ ਦੁਨੀਆ ਜ਼ਲੀਲੋ ਖਾਰ ਹੋ ਰਹੇ ਨੇ। ਹੁਣ ਜਨਾਬ ਆ ਕੇ ਇਹਨਾਂ ਨੂੰ ਬਣਾਉਣ ਦੀ ਜੰਗ ਵੀ ਬੰਦ ਕਰਤੀ ਆ, ਔਰ ਸ਼ਾਇਦ ਅੱਜ ਕੱਲ੍ਹ 'ਚ ਜਿਹੜੀਆਂ ਪਾਬੰਦੀਆਂ ਨੇ ਉਹ ਵੀ ਉਠਾ ਲੈਣਗੇ। ਲੇਕਿਨ ਮਰਹਲਾ ਵਾਰ ਸਭ ਕੁਝ ਹੋਣਾ ਹੁੰਦਾ ਵੇ, ਜਿਹੜਾ ਪ੍ਰੋਸੈਸ ਚੱਲ ਰਿਹਾ। ਲੇਕਿਨ ਮੈਂ ਫਿਰ ਆਪਣੇ ਫੀਲਡ ਮਾਰਸ਼ਲ ਸਾਹਿਬ ਨੂੰ ਇੱਕ ਗੁਜ਼ਾਰਿਸ਼ ਕਰਾਂਗਾ ਕਿ ਜਨਾਬ ਤੁਸੀਂ ਜਿਸ ਕੰਮ 'ਚ ਪਏ ਹੋ ਇਹ ਬਹੁਤ ਅੱਛਾ ਕੰਮ ਆ, ਇਹ ਅੱਲਾ ਦਾ ਹੁਕਮ ਆ ਕਿ ਜਦੋਂ ਤੁਹਾਡੇ ਮੁਸਲਮਾਨ ਭਾਈ ਲੜ ਪੈਣ ਤਾਂ ਉਹਨਾਂ ਦੀ ਸੁਲ੍ਹਾ ਕਰਾਓ। ਲੇਕਿਨ ਇੱਥੇ ਸਿਰਫ ਮੁਸਲਮਾਨਾਂ ਦਾ ਮਾਮਲਾ ਨਹੀਂ ਹੈ, ਇੱਕ ਬੰਨੇ ਮੁਸਲਮ ਔਰ ਇੱਕ ਬੰਨੇ ਐਂਟੀ ਮੁਸਲਮ ਆ। ਇਸ ਵਾਸਤੇ ਇੱਕ ਤਾਂ ਜ਼ਿਹਨ 'ਚ ਇਹ ਰੱਖਣਾ। ਦੂਸਰੇ ਨੰਬਰ ਤੇ ਇਹਨਾਂ ਦਾ ਕੋਈ ਇਤਬਾਰ ਨਹੀਂ, ਨਾ ਇਸਰਾਈਲ ਦਾ ਨਾ ਅਮਰੀਕਾ ਦਾ। ਤੀਸਰੀ ਗੱਲ, ਇਹ ਕੋਈ ਸਾਜ਼ਿਸ਼ ਨਾ ਕਰ ਰਹੇ ਹੋਣ ਕਿ ਵਕਤੀ ਤੌਰ ਤੇ ਜੰਗ ਬੰਦ ਹੋ ਜਾਏ, ਫਿਰ ਉਹ ਚੜ੍ਹਾਈ ਕਰ ਦੇਣ ਅਮਰੀਕਾ ਜਾਂ ਇਸਰਾਈਲ ਈਰਾਨ ਦੇ ਉੱਪਰ। ਇਸ ਵਾਸਤੇ ਕਿ ਤੁਸੀਂ ਜੋ ਵੀ ਕਰ ਰਹੇ ਹੋ ਬਹੁਤ ਅੱਛਾ ਕਰ ਰਹੇ ਹੋ, ਲੇਕਿਨ ਇਹਨੂੰ ਲਾਂਗ ਲਾਸਟਿੰਗ ਹੋਣ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹਦਾ ਇਸ ਤਰ੍ਹਾਂ ਦੀ ਡਰ ਕੇ ਨਹੀਂ। ਦੇਖੋ ਤੁਹਾਨੂੰ ਡਰਨਾ ਨਹੀਂ ਚਾਹੀਦਾ ਕਿਸੇ ਤੋਂ, ਬਿਲਕੁਲ ਜੁਰਤ ਨਾਲ ਗੱਲ ਕਰਨੀ ਚਾਹੀਦੀ, ਜੋ ਸੱਚ ਆ ਜੋ ਹਕੀਕਤ ਆ ਉਹ ਗੱਲ ਕਰਨੀ ਚਾਹੀਦੀ ਆ। ਲੇਕਿਨ ਇੱਕ ਆਖਰ ਤੇ ਗੁਜ਼ਾਰਿਸ਼ ਇਹ ਆ ਕਿ ਦੁਨੀਆ ਦੇ ਅੰਦਰ ਅਗਰ ਸੁਲ੍ਹਾ ਕਰਵਾਉਣ ਡਏ ਹੋ ਤੇ ਕਮ ਸੇ ਕਮ ਪਾਕਿਸਤਾਨ ਦੇ ਅੰਦਰ ਵੀ ਸੁਲ੍ਹਾ ਕਰੋ ਤੇ ਕਰਾਓ, ਤਾਂ ਕਿ ਮੁਲਕ ਦੇ ਅੰਦਰ ਵੀ ਸਕੂਨ ਆ ਜਾਏ ਔਰ ਮੁਲਕ ਦੇ ਅੰਦਰ ਵੀ ਸਾਡੇ ਮਾਮਲਾਤ ਹੱਲ ਹੋ ਜਾਣ। ਅਸੀਂ ਇਹ ਕਜ਼ੀਏ ਤੋਂ ਬਚ ਜਾਈਏ, ਇਸ ਲੜਾਈਆਂ ਤੋਂ ਬਚੀਏ, ਇਸ ਖੂਨ ਰੇਜ਼ੀ ਤੋਂ ਬਚੀਏ, ਇਸ ਰੋਜ਼ ਦੇ ਝਗੜਿਆਂ ਤੋਂ ਬਚੀਏ, ਰੋਜ਼ ਦੇ ਇhtਜਾਜਾਂ ਤੋਂ ਬਚੀਏ। ਮੁਲਕ ਤੇ ਵੀ ਤਵੱਜੋ ਦਿਓ। ਅੱਲਾਹ ਹਾਫਿਜ਼। ਅਸਲਾਮ ਅਲੈਕੁਮ।